मेरा नाम सिमरन है। मेरी उम्र 24 साल है। मैं एक अमीर घर नाल संबंध रखदी हाँ। जिवें ही मेरी पढ़ाई पूरी होई, मेरे माँ बाप नूं मेरे विआह दी फिक्र होण लगी। मैनूं इस गल तो कोई परेशानी नहीं सी, क्योंकि ये तां दुनिया दी रीत है। हर कुड़ी नूं अपने माँ बाप दा घर छड्ड के पति दे घर जाना ही हुंदा है, ਅਤੇ हर माँ बाप ਦੀ तरह मेरे माँ बाप ਨੂੰ ਮੇਰੇ ਵਿਆਹ ਦੀ ਫਿਕਰ ਸੀ, ਜਿਸ ਕਰਕੇ ਮੇਰੇ ਲਈ ਸਾਡੇ ਸਟੇਟਸ ਦੇ ਹਿਸਾਬ ਨਾਲ ਹੀ ਮੁੰਡਾ ਲੱਭਿਆ ਜਾਣ ਲੱਗਾ। ਮੈਂ ਆਪਣੇ ਮਾँ ਬਾਪ ਦੀ ਇਕੱਲੀ ਧੀ ਸੀ। ਮੈਂ ਉਹਨਾਂ ਤੋਂ ਦੂਰ ਨਹੀਂ ਹੋਣਾ ਚਾਹੁੰਦੀ ਸੀ, ਪਰ ਹਰ ਕੁੜੀ ਦੀ ਤਰ੍ਹਾਂ ਮੈਨੂੰ ਵੀ ਵਿਆਹ ਕਰਨਾ ਹੀ ਪੈਣਾ ਸੀ। ਪਰ ਮੇਰੇ ਲਈ ਜੋ ਵੀ ਰਿਸ਼ਤਾ ਆਉਂਦਾ, ਮੰਮੀ ਅਤੇ ਪਾਪਾ ਹਮੇਸ਼ਾ ਉਸ ਵਿੱਚ ਕੋਈ ਨਾ ਕੋਈ ਕਮੀ ਕੱਢ ਹੀ ਦਿੰਦੇ ਅਤੇ ਰਿਸ਼ਤੇ ਨੂੰ ਮਨਾ ਕਰ ਦਿੰਦੇ। ਹੁਣ ਤਾਂ ਮੈਂ ਆਪ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਕਿ ਹੁਣ ਕੀ ਹੋਵੇਗਾ। ਪਾਪਾ ਹਰ ਰਿਸ਼ਤੇ ਨੂੰ ਮਨਾ ਕਰ ਦਿੰਦੇ ਹਨ। ਸਾਡੇ ਗੁਆਂਢ ਵਿੱਚ ਇੱਕ ਔਰਤ ਰਹਿੰਦੀ ਸੀ। ਉਸ ਦਾ ਇਹ ਹੀ ਕੰਮ ਸੀ, ਉਹ ਲੋਕਾਂ ਦੇ ਰਿਸ਼ਤੇ ਕਰਵਾਉਂਦੀ ਸੀ। ਇੱਕ ਦਿਨ ਉਹ ਸਾਡੇ ਘਰ ਆਈ ਤਾਂ ਮੇਰੀ ਮੰਮੀ ਨੇ ਵੀ ਉਹਨਾਂ ਨੂੰ ਮੇਰੇ ਲਈ ਚੰਗੇ ਘਰ ਦਾ ਰਿਸ਼ਤਾ ਲੱਭਣ ਲਈ ਕਿਹਾ। ਅਤੇ ਇੱਕ ਦਿਨ ਆਂਟੀ ਸਾਡੇ ਘਰ ਇੱਕ ਅਜਿਹਾ ਰਿਸ਼ਤਾ ਲੈ ਕੇ ਆਈ ਜੋ ਮੇਰੇ ਮੰਮੀ ਪਾਪਾ ਨੂੰ ਬਹੁਤ ਪਸੰਦ ਆਇਆ ਸੀ। ਮੁੰਡੇ ਦਾ ਆਪਣਾ ਬਿਜ਼ਨਸ ਸੀ। ਉਸਦੇ ਘਰ ਵਿੱਚ ਉਸਦੇ ਮਾਂ-ਬਾਪ ਹੀ ਸਨ। ਉਹਨਾਂ ਦੇ ਇਲਾਵਾ ਹੋਰ ਕੋਈ ਨਹੀਂ ਸੀ। ਉਹ ਆਪਣੇ ਮਾਂ-ਬਾਪ ਦਾ ਇਕਲੌਤਾ ਮੁੰਡਾ ਸੀ। ਮੈਨੂੰ ਵੀ ਫੋਟੋ ਦੇਖਦੇ ਹੀ ਅਮਨ ਪਸੰਦ ਆ ਗਿਆ ਸੀ। ਉਹ ਬਹੁਤ ਸੋਹਣਾ ਸੀ। ਮੇਰਾ ਵਿਆਹ ਹੁਣ ਅਮਨ ਨਾਲ ਹੋ ਗਿਆ ਅਤੇ ਮੈਂ ਵਿਆਹ ਕਰਕੇ ਉਸਦੇ ਘਰ ਚਲੀ ਗਈ। ਸ਼ੁਰੂ ਦੇ ਕਈ ਦਿਨ ਬਹੁਤ ਵਧੀਆ ਲੰਘੇ ਸਨ। ਇੱਕ ਦਿਨ ਅਮਨ ਨੂੰ ਆਪਣੇ ਕੰਮ ਦੇ ਸਿਲਸਿਲੇ ਵਿੱਚ ਦੇਸ਼ ਤੋਂ ਕਈ ਦਿਨਾਂ ਲਈ ਬਾਹਰ ਜਾਣਾ ਪਿਆ, ਜਿਸ ਕਰਕੇ ਮੈਂ ਥੋੜ੍ਹਾ ਉਦਾਸ ਹੋ ਗਈ ਸੀ। ਪਰ ਫਿਰ ਅਮਨ ਬਾਹਰ ਚਲੇ ਗਏ। ਦਿਨ ਲੰਘਦੇ ਜਾ ਰਹੇ ਸਨ। ਮੈਂ ਘਰ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਸੀ, ਕਿਉਂਕਿ ਮੈਂ ਇਕੱਲੀ ਘਰ ਵਿੱਚ ਵਿਹਲੀ ਬੈਠੀ ਕੀ ਕਰਦੀ। ਇੱਕ ਦਿਨ ਸਵੇਰ ਦਾ ਵੇਲਾ ਸੀ। ਸਾਡੇ ਘਰ ਦਾ ਗਾਰਡ ਹੱਥ ਵਿੱਚ ਕੁਝ ਫੜੀ ਹਾਲ ਦੇ ਅੰਦਰ ਆ ਰਿਹਾ ਸੀ। ਮੈਂ ਉਸ ਨੂੰ ਪੁੱਛਿਆ, ਇੱਥੇ ਕਿਉਂ ਆਏ ਹੋ? ਤਾਂ ਉਸਨੇ ਮੇਰੇ ਅੱਗੇ ਇੱਕ ਬਕਸਾ ਰੱਖ ਦਿੱਤਾ ਅਤੇ ਬੋਲਿਆ, ਸਾਹਿਬ ਦੇ ਲਈ ਇੱਕ ਪਾਰਸਲ ਹੈ। ਮੈਂ ਬਕਸੇ ਵੱਲ ਵੇਖਿਆ ਤਾਂ ਉਸ ਉੱਪਰ ਮੇਰੇ ਸਹੁਰੇ ਦੇ ਨਾਮ ਦੀ ਸਲਿੱਪ ਲੱਗੀ ਹੋਈ ਸੀ। ਮੈਂ ਇਹ ਦੇਖ ਕੇ ਸੋਚਾਂ ਵਿੱਚ ਪੈ ਗਈ ਕਿ ਇਸ ਉਮਰ ਵਿੱਚ ਪਾਪਾ ਜੀ ਨੂੰ ਕੌਣ ਪਾਰਸਲ ਭੇਜ ਸਕਦਾ ਹੈ। ਮੈਂ ਜਦੋਂ ਬਕਸ ਨੂੰ ਖੋਲ੍ਹਣ ਲੱਗੀ ਤਾਂ ਮੇਰੀ ਸੱਸ ਨੇ ਆ ਕੇ ਉਹ ਬਕਸ ਮੇਰੇ ਤੋਂ ਇੰਜ ਖੋਹਿਆ ਜਿਵੇਂ ਉਹਨਾਂ ਦੀ ਕੋਈ ਚੋਰੀ ਫੜੀ ਜਾ ਰਹੀ ਹੋਵੇ। ਮੈਂ ਇਹ ਦੇਖ ਕੇ ਹੈਰਾਨ ਸੀ। ਉਹਨਾਂ ਦੀ ਇਸ ਹਰਕਤ ਤੋਂ ਮੈਂ ਸੋਚਾਂ ਵਿੱਚ ਪੈ ਗਈ। ਉਹ ਮੈਨੂੰ ਬਿਨਾਂ ਕੁਝ ਕਹੇ ਅੰਦਰ ਚਲੀ ਗਈ ਅਤੇ ਉਹਨਾਂ ਦੇ ਪਿੱਛੇ ਪਾਪਾ ਜੀ ਵੀ ਅੰਦਰ ਚਲੇ ਗਏ ਅਤੇ ਦਰਵਾਜ਼ੇ ਨੂੰ ਅੰਦਰ ਤੋਂ ਬੰਦ ਕਰ ਲਿਆ। ਮੈਂ ਵਾਪਸ ਆਪਣੇ ਕੰਮ ਵਿੱਚ ਲੱਗ ਗਈ। ਮੈਂ ਉਸ ਗੱਲ ਵੱਲ ਧਿਆਨ ਨਹੀਂ ਦਿੱਤਾ ਸੀ। ਰਾਤ ਹੋ ਗਈ ਤਾਂ ਮੈਂ ਸੌਂ ਗਈ, ਪਰ ਮੇਰਾ ਦਿਮਾਗ ਬਾਰ-ਬਾਰ ਮੰਮੀ ਅਤੇ ਪਾਪਾ ਜੀ ਵੱਲ ਜਾ ਰਿਹਾ ਸੀ। ਪਤਾ ਨਹੀਂ ਉਸ ਬਕਸੇ ਵਿੱਚ ਅਜਿਹਾ ਕੀ ਸੀ ਜੋ ਮੇਰੀ ਸੱਸ ਨੇ ਮੇਰੇ ਤੋਂ ਇਸ ਤਰ੍ਹਾਂ ਖਿੱਚਿਆ ਸੀ, ਅਤੇ ਉਹ ਥੋੜ੍ਹਾ ਘਬਰਾਈ ਹੋਈ ਵੀ ਸੀ। ਸਵੇਰ ਹੋਈ ਤਾਂ ਮੈਂ ਵਿਹੜੇ ਵਿੱਚ ਆ ਕੇ ਬੈਠ ਗਈ। ਮੈਂ ਪਾਪਾ ਜੀ ਨੂੰ ਬਾਹਰ ਤੋਂ ਆਉਂਦੇ ਦੇਖਿਆ ਤਾਂ ਮੈਂ ਹੈਰਾਨੀ ਨਾਲ ਉਹਨਾਂ ਵੱਲ ਦੇਖਣ ਲੱਗੀ। ਉਹਨਾਂ ਨੇ ਆਪਣੇ ਉੱਪਰ ਇੱਕ ਚਾਦਰ ਲਪੇਟੀ ਹੋਈ ਸੀ ਅਤੇ ਉਸ ਚਾਦਰ ਵਿੱਚ ਪਤਾ ਨਹੀਂ ਕੀ ਲੁਕੋ ਰਹੇ ਸਨ, ਜਾਂ ਫਿਰ ਮੈਨੂੰ ਅਜਿਹਾ ਲੱਗ ਰਿਹਾ ਸੀ ਕਿਉਂਕਿ ਉਹਨਾਂ ਦਾ ਇੱਕ ਹੱਥ ਚਾਦਰ ਦੇ ਅੰਦਰ ਸੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਹਨਾਂ ਦੀਆਂ ਲੱਤਾਂ ਵਿੱਚ ਹਮੇਸ਼ਾ ਦਰਦ ਰਹਿੰਦਾ ਸੀ। ਉਹਨਾਂ ਤੋਂ ਚੰਗੀ ਤਰ੍ਹਾਂ ਚੱਲਿਆ ਵੀ ਨਹੀਂ ਜਾਂਦਾ ਸੀ। ਪਰ ਅੱਜ ਉਹ ਕਿੱਥੇ ਗਏ ਸਨ ਅਤੇ ਅਜਿਹੀ ਕਿਹੜੀ ਗੱਲ ਸੀ ਜੋ ਉਹ ਬਾਹਰ ਨਿਕਲੇ ਅਤੇ ਨੌਕਰ ਤੱਕ ਨੂੰ ਨਹੀਂ ਦੱਸਿਆ ਸੀ। ਮੈਂ ਸੋਚਿਆ ਕਿ ਚਲੋ ਉਹਨਾਂ ਨੂੰ ਹੀ ਪੁੱਛ ਲਵਾਂ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ ਹੈ, ਪਰ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਅਤੇ ਮੈਂ ਹੈਰਾਨ ਤਾਂ ਉਦੋਂ ਰਹਿ ਗਈ ਕਿ ਜਿਵੇਂ ਕੱਲ੍ਹ ਹੋਇਆ ਸੀ ਉਵੇਂ ਹੀ ਅੱਜ ਹੋਇਆ। ਮੇਰੀ ਸੱਸ ਅਤੇ ਸਹੁਰਾ ਦੋਵੇਂ ਕਮਰੇ ਵਿੱਚ ਚਲੇ ਗਏ। ਮੈਂ ਉਹਨਾਂ ਦੇ ਪਿੱਛੇ ਕਮਰੇ ਤੱਕ ਗਈ, ਪਰ ਮੇਰੀ ਸੱਸ ਨੇ ਦਰਵਾਜ਼ਾ ਮੇਰੇ ਮੂੰਹ 'ਤੇ ਹੀ ਬੰਦ ਕਰ ਦਿੱਤਾ। ਮੈਂ ਹੈਰਾਨੀ ਨਾਲ ਇਹ ਸਭ ਕੁਝ ਦੇਖ ਰਹੀ ਸੀ। ਮੈਂ ਕੰਨ ਲਗਾ ਕੇ ਸੁਣਨਾ ਚਾਹੁੰਦੀ ਸੀ ਕਿ ਅੰਦਰ ਕੀ ਗੱਲ ਹੋ ਰਹੀ ਹੈ, ਪਰ ਅੰਦਰੋਂ ਮੈਨੂੰ ਸਿਰਫ ਰੌਲਾ ਹੀ ਸੁਣ ਰਿਹਾ ਸੀ। ਮੈਂ ਹੈਰਾਨ ਸੀ ਕਿ ਅੰਦਰ ਤਾਂ ਸਿਰਫ ਮੇਰੇ ਸੱਸ ਅਤੇ ਸਹੁਰਾ ਦੋਵੇਂ ਹੀ ਹਨ, ਫਿਰ ਇੰਨਾ ਰੌਲਾ ਕਿਉਂ ਪੈ ਰਿਹਾ ਸੀ। ਉਸ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਚਲੀ ਗਈ। ਇਸੇ ਤਰ੍ਹਾਂ ਹੀ ਦਿਨ ਲੰਘਦੇ ਜਾ ਰਹੇ ਸਨ ਅਤੇ ਮੇਰਾ ਸਹੁਰਾ ਰੋਜ਼ ਇਸੇ ਤਰ੍ਹਾਂ ਹੀ ਸਵੇਰੇ ਪਤਾ ਨਹੀਂ ਕਿੱਥੋਂ ਘਰ ਆਉਂਦਾ ਅਤੇ ਅਜਿਹਾ ਲੱਗਦਾ ਜਿਵੇਂ ਉਹਨਾਂ ਦੇ ਹੱਥ ਵਿੱਚ ਕੋਈ ਚੀਜ਼ ਹੈ।
ਜੋ ਉਹ ਮੈਨੂੰ ਦਿਖਾਉਣਾ ਨਹੀਂ ਚਾਹੁੰਦੇ ਸਨ, ਪਰ ਮੈਂ ਜਾਣਨਾ ਚਾਹੁੰਦੀ ਸੀ ਕਿ ਉਹ ਕੀ ਸੀ। ਇੱਕ ਸਵੇਰ ਜਦੋਂ ਉਹ ਇਸੇ ਤਰ੍ਹਾਂ ਹੀ ਵਾਪਸ ਆਏ ਤਾਂ ਮੈਂ ਹੈਰਾਨ ਰਹਿ ਗਈ, ਕਿਉਂਕਿ ਇਸ ਵਾਰ ਮੈਨੂੰ ਪਤਾ ਚੱਲ ਚੁੱਕਿਆ ਸੀ ਕਿ ਉਹਨਾਂ ਦੇ ਹੱਥ ਵਿੱਚ ਕੀ ਹੈ। ਸ਼ਾਇਦ ਉਹ ਚੀਜ਼ ਉਹ ਨਾ ਹੋਵੇ ਜੋ ਮੈਂ ਸੋਚ ਰਹੀ ਹਾਂ। ਕੁਝ ਕਹਿ ਨਹੀਂ ਸਕਦੀ ਸੀ, ਪਰ ਮੈਨੂੰ ਸ਼ੱਕ ਤਾਂ ਜ਼ਰੂਰ ਸੀ। ਉਹਨਾਂ ਦੇ ਹੱਥ ਵਿੱਚ ਇੱਕ ਫਿਲਮ ਦੀ ਸੀਡੀ ਸੀ। ਮੈਂ ਹੈਰਾਨ ਸੀ ਕਿ ਮੇਰੇ ਸੱਸ ਸਹੁਰਾ ਫਿਲਮ ਦੇਖਦੇ ਹਨ, ਅਤੇ ਕਿਸ ਤਰ੍ਹਾਂ ਦੀ ਫਿਲਮ ਦੇਖਦੇ ਹਨ ਜੋ ਉਹਨਾਂ ਨੂੰ ਕਮਰਾ ਬੰਦ ਕਰਨਾ ਪੈਂਦਾ ਹੈ। ਮੈਂ ਇਹਨਾਂ ਸੋਚਾਂ ਵਿੱਚ ਗੁੰਮ ਰਹਿਣ ਲੱਗੀ। ਫਿਰ ਇੱਕ ਦਿਨ ਮੈਂ ਫੈਸਲਾ ਕੀਤਾ ਕਿ ਮੈਂ ਜ਼ਰੂਰ ਪਤਾ ਕਰਾਂਗੀ ਕਿ ਮੇਰੇ ਸੱਸ ਸਹੁਰਾ ਕੀ ਦੇਖ ਰਹੇ ਹਨ। ਉਸੇ ਵੇਲੇ ਮੇਰਾ ਸਹੁਰਾ ਬਾਹਰ ਤੋਂ ਆ ਰਿਹਾ ਸੀ। ਉਹਨਾਂ ਦੇ ਹੱਥ ਵਿੱਚ ਫਿਲਮ ਦੀ ਸੀਡੀ ਸੀ। ਉਹ ਤੇਜ਼ੀ ਨਾਲ ਕਮਰੇ ਵੱਲ ਜਾਣ ਲੱਗੇ। ਉਹ ਅੰਦਰੋਂ ਦਰਵਾਜ਼ਾ ਬੰਦ ਕਰਨ ਹੀ ਵਾਲੇ ਸਨ ਕਿ ਉਸੇ ਵੇਲੇ ਮੈਂ ਉਹਨਾਂ ਦੇ ਪਿੱਛੇ ਫਟਾਫਟ ਅੰਦਰ ਚਲੀ ਗਈ। ਮੈਂ ਉਹਨਾਂ ਨੂੰ ਕਿਹਾ ਕਿ ਉਹ ਦਰਵਾਜ਼ਾ ਬੰਦ ਕਰਕੇ ਅੰਦਰ ਕੀ ਕਰ ਰਹੇ ਹਨ, ਜਿਸ ਨਾਲ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ। ਪਰ ਮੇਰੇ ਸਹੁਰੇ ਨੇ ਜਵਾਬ ਦਿੱਤਾ ਕਿ ਉਹ ਫਿਲਮ ਦੇਖਦੇ ਹਨ। ਮੈਂ ਉਹਨਾਂ ਦਾ ਜਵਾਬ ਸੁਣ ਕੇ ਹੈਰਾਨ ਰਹਿ ਗਈ। ਜੇਕਰ ਉਹ ਫਿਲਮ ਦੇਖਦੇ ਹਨ ਤਾਂ ਸਭ ਦੇ ਸਾਹਮਣੇ ਕਿਉਂ ਨਹੀਂ ਦੇਖਦੇ, ਜਾਂ ਫਿਰ ਦਰਵਾਜ਼ਾ ਬੰਦ ਕਰਕੇ ਹੀ ਫਿਲਮ ਕਿਉਂ ਦੇਖਦੇ ਹਨ? ਅਜਿਹੀ ਕੀ ਜ਼ਰੂਰਤ ਹੈ? ਮੈਨੂੰ ਕਿਤੇ ਨਾ ਕਿਤੇ ਉਹਨਾਂ 'ਤੇ ਅਤੇ ਉਹਨਾਂ ਦੀਆਂ ਗੱਲਾਂ 'ਤੇ ਸ਼ੱਕ ਹੋਣ ਲੱਗਿਆ ਸੀ, ਪਰ ਮੈਂ ਚੁੱਪ ਹੀ ਰਹੀ ਅਤੇ ਉੱਥੋਂ ਚਲੀ ਗਈ। ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ। ਮੈਂ ਦਰਵਾਜ਼ੇ ਦੇ ਨੇੜੇ ਆਈ ਅਤੇ ਕੰਨ ਲਗਾਏ ਤਾਂ ਜੋ ਸੁਣ ਸਕਾਂ ਕਿ ਉਹ ਸੱਚਮੁੱਚ ਹੀ ਫਿਲਮ ਦੇਖਦੇ ਹਨ ਜਾਂ ਸਿਰਫ ਇਹ ਇੱਕ ਝੂਠ ਹੈ। ਪਰ ਅੰਦਰ ਤੋਂ ਮੈਨੂੰ ਰੌਲਾ ਪੈਣ ਦੀਆਂ ਆਵਾਜ਼ਾਂ ਆਉਣ ਲੱਗੀਆਂ, ਜਿਸ 'ਤੇ ਮੈਨੂੰ ਥੋੜ੍ਹਾ ਬਹੁਤ ਯਕੀਨ ਹੋ ਗਿਆ ਕਿ ਕੀ ਪਤਾ ਉਹ ਸੱਚਮੁੱਚ ਹੀ ਫਿਲਮ ਦੇਖ ਰਹੇ ਹੋਣ। ਹੁਣ ਅਜਿਹਾ ਰੋਜ਼ ਹੋਣ ਲੱਗਿਆ ਸੀ। ਰੋਜ਼ ਮੇਰਾ ਸਹੁਰਾ ਆਪ ਫਿਲਮ ਦੀ ਸੀਡੀ ਲਿਆਉਂਦਾ ਅਤੇ ਮੇਰੇ ਸੱਸ ਸਹੁਰਾ ਆਪਣੇ ਕਮਰੇ ਵਿੱਚ ਜਾਂਦੇ, ਦਰਵਾਜ਼ਾ ਬੰਦ ਕਰਦੇ ਅਤੇ ਫਿਲਮ ਦੇਖਣ ਲੱਗ ਜਾਂਦੇ, ਜਦੋਂ ਕਿ ਮੈਂ ਬਾਹਰ ਇਕੱਲੀ ਪਰੇਸ਼ਾਨ ਹੋਈ ਬੈਠੀ ਰਹਿੰਦੀ ਸੀ। ਵਿਆਹ ਤੋਂ ਪਹਿਲਾਂ ਮੈਂ ਸੁਣਿਆ ਸੀ ਕਿ ਘਰ ਦੇ ਵੱਡੇ ਬਜ਼ੁਰਗ ਘਰ ਦੀ ਰੌਣਕ ਵਧਾਉਂਦੇ ਹਨ, ਪਰ ਇੱਥੇ ਤਾਂ ਉਲਟਾ ਹੀ ਸੀ। ਮੇਰੇ ਸੱਸ ਸਹੁਰਾ ਸਾਰਾ ਦਿਨ ਕਮਰੇ ਵਿੱਚ ਰਹਿੰਦੇ ਅਤੇ ਮੈਂ ਇਕੱਲੀ ਇੰਨੇ ਵੱਡੇ ਘਰ ਵਿੱਚ ਇੱਧਰ ਉੱਧਰ ਫਿਰਦੀ ਰਹਿੰਦੀ। ਉਹਨਾਂ ਦਾ ਤਾਂ ਇੰਨਾ ਵੀ ਸਹਾਰਾ ਨਹੀਂ ਸੀ ਕਿ ਉਹ ਮੇਰੇ ਕੋਲ ਬੈਠ ਕੇ 2-4 ਬੋਲ ਪਿਆਰ ਦੇ ਬੋਲ ਲੈਂਦੇ। ਇੱਕ ਦਿਨ ਮੇਰੇ ਦਿਮਾਗ ਵਿੱਚ ਇੱਕ ਵਿਚਾਰ ਆਇਆ। ਆਪਣੀ ਬੇਚੈਨੀ ਨੂੰ ਖਤਮ ਕਰਨ ਦਾ ਮੇਰੇ ਕੋਲ ਬਸ ਇਹੀ ਇੱਕ ਤਰੀਕਾ ਸੀ। ਮੈਂ ਇਸ ਨੂੰ ਅਪਣਾਉਣ ਬਾਰੇ ਸੋਚਿਆ। ਅਗਲੇ ਦਿਨ ਮੈਂ ਹੈਰਾਨ ਰਹਿ ਗਈ ਕਿ ਮੇਰਾ ਸਹੁਰਾ ਸੀਡੀ ਲੈ ਕੇ ਨਹੀਂ ਆਇਆ ਸੀ, ਬਲਕਿ ਉਹ ਘਰ ਤੋਂ ਹੀ ਨਹੀਂ ਨਿਕਲੇ ਸਨ ਅਤੇ ਨਾ ਹੀ ਕੋਈ ਬਾਕਸ ਜਾਂ ਪਾਰਸਲ ਆਇਆ ਸੀ। ਮੈਂ ਇੰਤਜ਼ਾਰ ਵਿੱਚ ਸੀ ਕਿ ਉਹ ਕਦੋਂ ਸੀਡੀ ਲੈ ਕੇ ਆਉਣਗੇ। 5-6 ਦਿਨ ਲੰਘ ਗਏ, ਪਰ ਮੇਰਾ ਸਹੁਰਾ ਘਰ ਤੋਂ ਬਾਹਰ ਨਹੀਂ ਗਿਆ। ਮੈਂ ਗੱਲਾਂ ਵਿੱਚ ਉਸ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਬੋਲੇ ਕਿ ਤੈਨੂੰ ਤਾਂ ਪਤਾ ਹੀ ਹੈ ਬੇਟੀ ਕਿ ਮੇਰੀਆਂ ਲੱਤਾਂ ਵਿੱਚ ਕਿੰਨਾ ਦਰਦ ਰਹਿੰਦਾ ਹੈ, ਇਸ ਲਈ ਉਹ ਬਾਹਰ ਨਹੀਂ ਜਾ ਸਕੇ। ਮੈਂ ਇਸ ਗੱਲ 'ਤੇ ਭਰੋਸਾ ਕਰਨ ਦੀ ਬਜਾਏ ਹੈਰਾਨ ਸੀ, ਕਿਉਂਕਿ ਉਹਨਾਂ ਦੀਆਂ ਲੱਤਾਂ ਦੇ ਦਰਦ ਬਾਰੇ ਤਾਂ ਮੈਨੂੰ ਪਤਾ ਸੀ, ਪਰ ਉਹ ਤਾਂ ਸ਼ੁਰੂ ਤੋਂ ਹੀ ਸੀ ਅਤੇ ਉਹ ਸੀਡੀ ਤਾਂ ਪਹਿਲਾਂ ਵੀ ਲਿਆਉਂਦੇ ਸਨ। ਅਤੇ ਇਹ ਗੱਲ ਮੈਂ ਉਹਨਾਂ ਨੂੰ ਕਹਿ ਦਿੱਤੀ ਕਿ ਦਰਦ ਤਾਂ ਤੁਹਾਡੀਆਂ ਲੱਤਾਂ ਵਿੱਚ ਪਹਿਲਾਂ ਹੀ ਰਹਿੰਦਾ ਹੈ, ਤੁਸੀਂ ਤਾਂ ਰੋਜ਼ ਹੀ ਸੀਡੀ ਲਿਆਉਂਦੇ ਸੀ, ਫਿਰ 5-6 ਦਿਨਾਂ ਤੋਂ ਕਿਉਂ ਨਹੀਂ ਲੈ ਕੇ ਆ ਰਹੇ? ਇਹ ਸੁਣ ਕੇ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਮੈਨੂੰ ਗੁੱਸੇ ਵਿੱਚ ਬੋਲੇ ਕਿ ਮੈਂ ਉਹਨਾਂ ਦੀ ਕਿਸੇ ਵੀ ਗੱਲ ਵਿੱਚ ਦਖਲਅੰਦਾਜ਼ੀ ਨਾ ਕਰਾਂ, ਨਹੀਂ ਤਾਂ ਮੇਰੇ ਲਈ ਚੰਗਾ ਨਹੀਂ ਹੋਵੇਗਾ। ਮੈਂ ਰੋਂਦੀ ਹੋਈ ਉੱਥੇ ਤੋਂ ਚਲੀ ਗਈ। ਮੈਨੂੰ ਉਹਨਾਂ ਤੋਂ ਥੋੜ੍ਹਾ ਜਿਹਾ ਡਰ ਲੱਗਣ ਲੱਗਿਆ ਸੀ। ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਗੁੱਸੇ ਵਿੱਚ ਬੋਲਿਆ, ਉਸ ਨਾਲ ਹੁਣ ਮੇਰਾ ਸ਼ੱਕ ਯਕੀਨ ਵਿੱਚ ਬਦਲਦਾ ਜਾ ਰਿਹਾ ਸੀ ਕਿ ਜ਼ਰੂਰ ਹੀ ਕੋਈ ਨਾ ਕੋਈ ਗੱਲ ਹੈ। ਅਗਲੇ ਹੀ ਦਿਨ ਉਹ ਸੀਡੀ ਲੈ ਕੇ ਆਏ ਅਤੇ ਫਿਰ ਉਸ ਫਿਲਮ ਨੂੰ ਦੇਖਣ ਲਈ ਮੇਰੀ ਸੱਸ ਦੇ ਨਾਲ ਕਮਰੇ ਵਿੱਚ ਚਲੇ ਗਏ ਅਤੇ ਮੈਂ ਵੀ ਉਹਨਾਂ ਦੇ ਪਿੱਛੇ ਗਈ। ਮੈਨੂੰ ਡਰ ਵੀ ਲੱਗ ਰਿਹਾ ਸੀ, ਪਰ ਮੈਂ ਹਿੰਮਤ ਰੱਖੀ। ਮੈਂ ਆਪਣੇ ਸੱਸ ਸਹੁਰੇ ਕੋਲ ਗਈ ਅਤੇ ਉਹਨਾਂ ਨੂੰ ਕਿਹਾ ਕਿ ਮੈਨੂੰ ਵੀ ਇਹ ਫਿਲਮ ਦੇਖਣੀ ਹੈ। ਮੈਂ 2-3 ਦਿਨ ਤੋਂ ਇਹੀ ਸੋਚ ਰਹੀ ਸੀ ਕਿ ਮੈਂ ਵੀ ਫਿਲਮ ਦੇਖ ਲਵਾਂਗੀ, ਤਾਂ ਜੋ ਸ਼ੱਕ ਹੈ ਉਹ ਵੀ ਦੂਰ ਹੋ ਜਾਵੇਗਾ। ਪਰ ਆਪਣੇ ਸਹੁਰੇ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ, ਜਦੋਂ ਉਹਨਾਂ ਨੇ ਮੈਨੂੰ ਇਹ ਕਹਿੰਦੇ ਹੋਏ ਮਨਾ ਕਰ ਦਿੱਤਾ ਕਿ ਮੈਂ ਇਹ ਫਿਲਮ ਨਹੀਂ ਦੇਖ ਸਕਦੀ। ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਇਹ ਫਿਲਮ ਕਿਉਂ ਨਹੀਂ ਦੇਖ ਸਕਦੀ। ਉਹਨਾਂ ਨੇ ਕਿਹਾ ਕਿ ਇਹ ਸਾਡੇ ਜ਼ਮਾਨੇ ਦੀ ਫਿਲਮ ਹੈ, ਇਸ ਲਈ ਤੂੰ ਇਸ ਨੂੰ ਦੇਖ ਨਹੀਂ ਸਕੇਂਗੀ। ਇੰਨਾ ਕਹਿ ਕੇ ਉਹਨਾਂ ਨੇ ਦਰਵਾਜ਼ੇ ਨੂੰ ਅੰਦਰ ਤੋਂ ਬੰਦ ਕਰ ਲਿਆ ਸੀ। ਹੁਣ ਮੈਂ ਬਾਹਰ ਖੜੀ ਸੋਚ ਰਹੀ ਸੀ ਕਿ ਇਹ ਕੀ ਗੱਲ ਹੋਈ,
ਭਲਾ ਉਹਨਾਂ ਦੇ ਜ਼ਮਾਨੇ ਦੀ ਫਿਲਮ ਜੇਕਰ ਮੈਂ ਦੇਖਣਾ ਚਾਹੁੰਦੀ ਸੀ ਤਾਂ ਉਹ ਮੈਨੂੰ ਕਿਉਂ ਰੋਕ ਰਹੇ ਸਨ। ਮੈਂ ਬਾਹਰ ਹੀ ਬੈਠ ਗਈ। ਥੋੜ੍ਹੀ ਦੇਰ ਬਾਅਦ ਮੇਰੇ ਸੱਸ ਸਹੁਰਾ ਬਾਹਰ ਨਿਕਲ ਆਏ ਸਨ। ਮੈਂ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਉਹਨਾਂ ਨੂੰ ਮੇਰੇ 'ਤੇ ਸ਼ੱਕ ਹੋ ਜਾਵੇ, ਇਸ ਲਈ ਮੈਂ ਚੁੱਪ ਹੀ ਰਹੀ। ਅੱਜ ਤਾਂ ਮੈਨੂੰ ਆਪਣੇ ਸਹੁਰੇ ਦੇ ਚਿਹਰੇ 'ਤੇ ਥੋੜ੍ਹੀ ਜਿਹੀ ਪਰੇਸ਼ਾਨੀ ਵੀ ਨਜ਼ਰ ਆਈ ਸੀ। ਮੈਂ ਸੋਚਾਂ ਵਿੱਚ ਪਈ ਹੋਈ ਸੀ। ਪੂਰਾ ਦਿਨ ਲੰਘ ਗਿਆ ਪਰ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਨਹੀਂ ਮਿਲ ਸਕੇ। ਰਾਤ ਹੋ ਗਈ ਅਤੇ ਮੈਂ ਆਪਣੇ ਕਮਰੇ ਵਿੱਚ ਸੌਣ ਲਈ ਚਲੀ ਗਈ। ਮੇਰੇ ਸੱਸ ਸਹੁਰਾ ਵੀ ਆਪਣੇ ਕਮਰੇ ਵਿੱਚ ਚਲੇ ਗਏ। ਅੱਧੀ ਰਾਤ ਨੂੰ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਨੂੰ ਆਪਣੇ ਕਮਰੇ ਵਿੱਚ ਘੁੱਟਣ ਜਿਹੀ ਮਹਿਸੂਸ ਹੋਣ ਲੱਗੀ। ਇਸ ਲਈ ਮੈਂ ਬਾਹਰ ਨਿਕਲ ਕੇ ਆ ਗਈ ਅਤੇ ਜਦੋਂ ਮੈਂ ਵਿਹੜੇ ਵਿੱਚ ਆਈ ਤਾਂ ਮੈਂ ਹੈਰਾਨ ਰਹਿ ਗਈ ਕਿਉਂਕਿ 2 ਆਦਮੀਆਂ ਨੂੰ ਮੈਂ ਸਾਡੇ ਦਰਵਾਜ਼ੇ ਦੇ ਬਾਹਰ ਖੜ੍ਹੇ ਦੇਖਿਆ ਸੀ, ਜਿਨ੍ਹਾਂ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਇਹ ਕੌਣ ਹਨ। ਮੇਰਾ ਦਿਲ ਕੀਤਾ ਕਿ ਮੈਂ ਅੰਦਰ ਚਲੀ ਜਾਵਾਂ ਪਰ ਮੇਰੀ ਹਿੰਮਤ ਨਹੀਂ ਹੋਈ। ਮੈਂ ਪੁੱਛਿਆ ਕਿ ਉਹ ਕੌਣ ਹਨ। ਦੋਨਾਂ ਦੇ ਚਿਹਰੇ 'ਤੇ ਚਾਦਰ ਲਿਪਟੀ ਹੋਈ ਸੀ, ਜਿਸ ਕਰਕੇ ਮੈਂ ਉਹਨਾਂ ਦਾ ਚਿਹਰਾ ਨਹੀਂ ਦੇਖ ਸਕੀ। ਪਰ ਅਚਾਨਕ ਮੇਰੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ। ਮੈਂ ਉੱਥੇ ਹੀ ਜ਼ਮੀਨ 'ਤੇ ਗਿਰ ਗਈ। ਮੈਨੂੰ ਨਹੀਂ ਪਤਾ ਸੀ ਕਿ ਉਹ ਦੋਵੇਂ ਕੌਣ ਸਨ ਅਤੇ ਸਾਡੇ ਘਰ ਵਿੱਚ ਕੀ ਕਰ ਰਹੇ ਸਨ। ਸਵੇਰੇ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਆਪਣੇ ਕਮਰੇ ਵਿੱਚ ਸੀ। ਮੇਰੇ ਸਿਰ ਵਿੱਚ ਬਹੁਤ ਦਰਦ ਹੋ ਰਿਹਾ ਸੀ। ਮੈਂ ਆਪਣੇ ਕਮਰੇ ਵਿੱਚ ਕਿਵੇਂ ਆਈ, ਮੈਨੂੰ ਕੁਝ ਵੀ ਯਾਦ ਨਹੀਂ ਸੀ। ਮੈਨੂੰ ਅਚਾਨਕ ਰਾਤ ਵਾਲੀ ਗੱਲ ਯਾਦ ਆਈ। ਮੈਂ ਫਿਰ ਬਾਹਰ ਵੱਲ ਭੱਜੀ, ਜਿੱਥੇ ਮੇਰੇ ਸੱਸ ਸਹੁਰਾ ਬੈਠਦੇ ਸਨ। ਉਹਨਾਂ ਨੇ ਮੈਨੂੰ ਦੇਖ ਕੇ ਆਪਣੇ ਕੋਲ ਬਿਠਾਇਆ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਰਾਤ 2 ਬੰਦਿਆਂ ਨੂੰ ਘਰ ਦੇ ਅੰਦਰ ਦੇਖਿਆ ਸੀ। ਮੈਂ ਬਹੁਤ ਪਰੇਸ਼ਾਨ ਸੀ। ਮੈਂ ਉਹਨਾਂ ਦੀ ਗੱਲ ਸੁਣ ਕੇ ਥੋੜ੍ਹੀ ਜਿਹੀ ਸ਼ਰਮਿੰਦਾ ਹੋ ਗਈ। ਜਦੋਂ ਮੇਰੀ ਸੱਸ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਗੱਲ ਸੀ ਤਾਂ ਮੈਂ ਉਹਨਾਂ ਨੂੰ ਆਵਾਜ਼ ਲਗਾ ਕੇ ਬੁਲਾ ਲੈਂਦੀ, ਪਰ ਮੇਰੇ ਦਿਮਾਗ ਵਿੱਚ ਅਜਿਹਾ ਕੁਝ ਵੀ ਨਹੀਂ ਆਇਆ ਸੀ। ਮੇਰੀ ਸੱਸ ਦੇ ਕਮਰੇ ਦਾ ਦਰਵਾਜ਼ਾ ਬੰਦ ਸੀ, ਇਸ ਲਈ ਮੇਰਾ ਧਿਆਨ ਹੀ ਨਹੀਂ ਗਿਆ। ਪਰ ਆਪਣੇ ਸਹੁਰੇ ਦੀ ਗੱਲ ਸੁਣ ਕੇ ਮੈਂ ਹੋਰ ਜ਼ਿਆਦਾ ਹੈਰਾਨ ਰਹਿ ਗਈ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਸਿਰਫ ਮੇਰਾ ਵਹਿਮ ਹੀ ਹੋਵੇਗਾ। ਮੈਂ ਉਹਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਇਹ ਮੇਰਾ ਵਹਿਮ ਨਹੀਂ ਸੀ, ਪਰ ਉਹਨਾਂ ਦੀ ਹਰਕਤ 'ਤੇ ਮੈਂ ਹੈਰਾਨ ਰਹਿ ਗਈ। ਜਦੋਂ ਉਹਨਾਂ ਨੇ ਗਾਰਡ ਨੂੰ ਬੁਲਾ ਲਿਆ ਅਤੇ ਉਸ ਨੂੰ ਪੁੱਛਿਆ ਕਿ ਕੱਲ੍ਹ ਰਾਤ ਇੱਥੇ ਕੋਈ 2 ਆਦਮੀ ਆਏ ਸਨ। ਗਾਰਡ ਨੇ ਕਿਹਾ ਕਿ ਉਹ ਸਾਰੀ ਰਾਤ ਡਿਊਟੀ 'ਤੇ ਜਾਗ ਰਿਹਾ ਸੀ, ਪਰ ਕੋਈ ਵੀ ਘਰ ਦੇ ਅੰਦਰ ਨਹੀਂ ਆਇਆ। ਜੇਕਰ ਅਜਿਹਾ ਹੁੰਦਾ ਤਾਂ ਜ਼ਰੂਰ ਪਤਾ ਲੱਗ ਜਾਣਾ ਸੀ। ਦੂਸਰੇ 2 ਗਾਰਡ ਵੀ ਇਹੀ ਕਹਿ ਰਹੇ ਸਨ। ਮੈਂ ਬਹੁਤ ਪਰੇਸ਼ਾਨ ਹੋ ਚੁੱਕੀ ਸੀ। ਹੁਣ ਤਾਂ ਅਜਿਹਾ ਲੱਗਦਾ ਸੀ ਜਿਵੇਂ ਮੈਂ ਪਾਗਲ ਹੋ ਰਹੀ ਹਾਂ। ਮੈਂ ਉਹਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੇਰੀ ਸੱਸ ਨੇ ਮੈਨੂੰ ਸ਼ਾਂਤ ਕੀਤਾ ਕਿ ਮੈਂ ਕੁਝ ਦਿਨਾਂ ਤੋਂ ਠੀਕ ਢੰਗ ਨਾਲ ਕੁਝ ਖਾ ਪੀ ਨਹੀਂ ਰਹੀ ਹਾਂ, ਇਸ ਲਈ ਸ਼ਾਇਦ ਕਮਜ਼ੋਰੀ ਕਰਕੇ ਗਿਰ ਗਈ ਹੋਵਾਂਗੀ। ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਚੁੱਪ ਹੋ ਗਈ। ਸਾਰਾ ਦਿਨ ਮੈਂ ਸੋਚਾਂ ਵਿੱਚ ਪਈ ਰਹੀ ਕਿ ਇਹ ਮੇਰਾ ਵਹਿਮ ਹੈ ਜਾਂ ਸੱਚ ਹੈ, ਪਰ ਮੈਨੂੰ ਅਜਿਹਾ ਲੱਗਦਾ ਸੀ ਕਿ ਸੱਚਮੁੱਚ ਹੀ ਇੱਥੇ ਕੋਈ ਸੀ ਅਤੇ ਉਹਨਾਂ ਵਿੱਚੋਂ ਹੀ ਇੱਕ ਆਦਮੀ ਨੇ ਮੈਨੂੰ ਬੇਹੋਸ਼ ਕੀਤਾ ਸੀ। ਕੀ ਸੱਚ ਸੀ ਅਤੇ ਕੀ ਝੂਠ, ਮੈਨੂੰ ਸਮਝ ਨਹੀਂ ਆ ਰਿਹਾ ਸੀ। ਮੈਂ ਬਹੁਤ ਘਬਰਾਈ ਹੋਈ ਸੀ। ਰਾਤ ਦੇ 8 ਵੱਜ ਰਹੇ ਸਨ ਜਦੋਂ ਮੈਂ ਆਪਣੇ ਸਹੁਰੇ ਨੂੰ ਬਾਹਰ ਜਾਂਦੇ ਦੇਖਿਆ। ਮੈਂ ਬਿਨਾਂ ਕੁਝ ਸੋਚੇ ਸਮਝੇ ਉਹਨਾਂ ਦੇ ਪਿੱਛੇ ਚਲੀ ਗਈ ਤਾਂ ਜੋ ਮੈਨੂੰ ਕੁਝ ਪਤਾ ਚੱਲ ਸਕੇ। ਸ਼ਾਇਦ ਮੈਂ ਜਾਣ ਸਕਾਂ ਕਿ ਫਿਲਮ ਦਾ ਕੀ ਰਾਜ ਹੈ ਜੋ ਉਹ ਇਕੱਲੇ ਕਮਰੇ ਵਿੱਚ ਬੰਦ ਹੋ ਕੇ ਦੇਖਦੇ ਹਨ। ਉਹਨਾਂ ਕੋਲ ਗੱਡੀ ਸੀ, ਪਰ ਮੈਂ ਚੋਰੀ ਛਿਪੇ ਪੈਦਲ ਹੀ ਉਹਨਾਂ ਦੇ ਪਿੱਛੇ ਜਾ ਰਹੀ ਸੀ। ਉਹਨਾਂ ਨੇ ਇੱਕ ਦੁਕਾਨ ਦੇ ਸਾਹਮਣੇ ਜਾ ਕੇ ਗੱਡੀ ਰੋਕੀ। ਸ਼ਾਇਦ ਉਹ ਸੀਡੀ ਦੀ ਦੁਕਾਨ ਸੀ। 10 ਮਿੰਟ ਬਾਅਦ ਉਹ ਉਸ ਦੁਕਾਨ ਤੋਂ ਬਾਹਰ ਨਿਕਲ ਆਏ। ਮੈਂ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਉਹਨਾਂ ਦੇ ਹੱਥ ਵਿੱਚ ਸੱਚਮੁੱਚ ਹੀ ਇੱਕ ਸੀਡੀ ਸੀ। ਉਹਨਾਂ ਦੇ ਜਾਂਦੇ ਹੀ ਮੈਂ ਉਸ ਦੁਕਾਨ ਦੇ ਅੰਦਰ ਚਲੀ ਗਈ। ਮੈਂ ਪੂਰੀ ਤਰ੍ਹਾਂ ਨਾਲ ਆਪਣਾ ਸ਼ੱਕ ਦੂਰ ਕਰਨਾ ਚਾਹੁੰਦੀ ਸੀ, ਇਸ ਕਰਕੇ ਮੈਂ ਦੁਕਾਨਦਾਰ ਨੂੰ ਪੁੱਛਣਾ ਚਾਹੁੰਦੀ ਸੀ, ਪਰ ਫਿਰ ਕੁਝ ਸੋਚਦੇ ਹੋਏ ਮੈਂ ਉੱਥੇ ਹੀ ਰੁਕ ਗਈ ਅਤੇ ਕੁਝ ਸੀਡੀਆਂ ਖਰੀਦ ਕੇ ਘਰ ਵਾਪਸ ਆ ਗਈ। ਘਰ ਆ ਕੇ ਮੈਂ ਸੱਸ ਸਹੁਰੇ ਦਾ ਕਮਰਾ ਬੰਦ ਦੇਖਿਆ। ਮੈਂ ਦੁਕਾਨਦਾਰ ਨਾਲ ਕੋਈ ਸਵਾਲ ਜਵਾਬ ਨਹੀਂ ਕੀਤਾ ਸੀ ਕਿਉਂਕਿ ਕੀ ਪਤਾ ਉਹ ਮੇਰੇ ਸਹੁਰੇ ਨੂੰ ਦੱਸ ਦਿੰਦਾ, ਜਿਸ ਕਰਕੇ ਮੈਂ ਮੁਸ਼ਕਿਲ ਵਿੱਚ ਫਸ ਸਕਦੀ ਸੀ ਅਤੇ ਫਿਰ ਮੈਂ ਅਜਿਹਾ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਸੀ। ਇਸ ਲਈ ਮੈਂ ਉਸ ਦੁਕਾਨਦਾਰ ਨੂੰ ਕੁਝ ਵੀ ਨਹੀਂ ਪੁੱਛਿਆ ਸੀ। ਜੋ ਮੈਨੂੰ ਕਰਨਾ ਸੀ ਉਹ ਖੁਦ ਹੀ ਕਰਨਾ ਸੀ। ਅਗਲੇ ਦਿਨ ਦੁਪਹਿਰ ਨੂੰ ਮੇਰਾ ਸਹੁਰਾ ਸੀਡੀ ਲੈ ਕੇ ਆਇਆ। ਮੇਰੇ ਦਿਮਾਗ ਵਿੱਚ ਅਚਾਨਕ ਇੱਕ ਗੱਲ ਆਈ ਸੀ ਜੋ ਮੈਂ ਹੁਣੇ ਨੋਟ ਕੀਤੀ ਸੀ।
ਕਿ ਮੇਰਾ ਸਹੁਰਾ ਕਦੇ ਸਵੇਰ ਨੂੰ, ਕਦੇ ਰਾਤ ਨੂੰ ਤੇ ਕਦੇ ਦੁਪਹਿਰ ਨੂੰ ਸੀਡੀ ਲੈ ਕੇ ਆਉਂਦਾ ਸੀ। ਇਸ ਗੱਲ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਸੀ। ਖੈਰ, ਮੈਂ ਆਪਣੇ ਸਹੁਰੇ ਕੋਲ ਗਈ ਅਤੇ ਉਹਨਾਂ ਨੂੰ ਕਿਹਾ ਕਿ ਮੈਨੂੰ ਵੀ ਉਹਨਾਂ ਦੇ ਜ਼ਮਾਨੇ ਦੀ ਇੱਕ ਫਿਲਮ ਦੇਖਣੀ ਹੈ, ਫੇਰ ਭਾਵੇਂ ਉਹ ਫਿਲਮ ਕਿਹੋ ਜਿਹੀ ਹੀ ਹੋਵੇ। ਜਿਸ 'ਤੇ ਉਹਨਾਂ ਨੇ ਮੈਨੂੰ ਬੁਰੀ ਤਰ੍ਹਾਂ ਨਾਲ ਘੂਰਿਆ ਅਤੇ ਸਖਤੀ ਨਾਲ ਮੈਨੂੰ ਮਨਾ ਕਰ ਦਿੱਤਾ ਕਿ ਮੈਂ ਉਹ ਫਿਲਮ ਨਹੀਂ ਦੇਖ ਸਕਦੀ। ਮੈਨੂੰ ਇਹ ਚੱਕਰ ਸਮਝ ਨਹੀਂ ਆ ਰਿਹਾ ਸੀ। ਇਸ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਗਈ। ਉਸੇ ਵੇਲੇ ਮੇਰੇ ਪਤੀ ਅਮਨ ਦਾ ਮੈਨੂੰ ਫ਼ੋਨ ਆਇਆ। ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਈ। ਉਹ ਪਰਸੋਂ ਘਰ ਵਾਪਸ ਆ ਰਹੇ ਸਨ। ਫਿਰ ਮੈਂ ਉਹਨਾਂ ਦੇ ਆਉਣ ਦੀਆਂ ਤਿਆਰੀਆਂ ਵਿੱਚ ਲੱਗ ਗਈ। ਸ਼ਾਇਦ ਮੈਂ ਕੁਝ ਜ਼ਿਆਦਾ ਹੀ ਸੋਚ ਰਹੀ ਸੀ। ਉਂਝ ਵੀ ਮੇਰਾ ਸਹੁਰਾ ਜਿੰਨੇ ਗੁੱਸੇ ਵਿੱਚ ਸੀ, ਪਤਾ ਨਹੀਂ ਉਹ ਮੇਰੇ ਨਾਲ ਕੀ ਕਰਦਾ। ਚੰਗਾ ਇਹੀ ਹੋਵੇਗਾ ਕਿ ਮੈਂ ਇਸ ਮਾਮਲੇ ਤੋਂ ਦੂਰ ਰਹਾਂ, ਅਤੇ ਮੈਂ ਇਹੀ ਸੋਚਿਆ ਸੀ। ਰਾਤ ਦਾ ਵੇਲਾ ਸੀ। ਮੈਂ ਬਾਹਰ ਬੈਠੀ ਸੀ ਜਦੋਂ ਮੇਰਾ ਸਹੁਰਾ ਅਚਾਨਕ ਬਾਹਰ ਨਿਕਲਿਆ। ਮੈਂ ਉਸੇ ਵੇਲੇ ਇੱਕ ਦਰਖਤ ਦੇ ਪਿੱਛੇ ਲੁਕ ਗਈ। ਉਹਨਾਂ ਨੇ ਮੈਨੂੰ ਦੇਖਿਆ ਨਹੀਂ ਸੀ। ਉਹ ਤੁਰਦੇ ਤੁਰਦੇ ਫ਼ੋਨ 'ਤੇ ਕਿਸੇ ਨਾਲ ਗੱਲਾਂ ਕਰ ਰਹੇ ਸਨ ਅਤੇ ਨਾਲ ਹੀ ਇੱਧਰ ਉੱਧਰ ਦੇਖ ਰਹੇ ਸਨ। ਮੈਂ ਧਿਆਨ ਨਾਲ ਉਹਨਾਂ ਵੱਲ ਵੇਖ ਰਹੀ ਸੀ। ਮੈਂ ਉਹਨਾਂ ਦੀਆਂ ਗੱਲਾਂ ਨੂੰ ਸੁਣਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਸੀ। ਉਹ ਅੰਦਰ ਚਲੇ ਗਏ ਅਤੇ ਮੈਂ ਵੀ ਅੰਦਰ ਚਲੀ ਗਈ, ਪਰ ਮੇਰੇ ਦਿਮਾਗ ਵਿੱਚ ਉਹਨਾਂ ਦੀਆਂ ਹੀ ਗੱਲਾਂ ਘੁੰਮ ਰਹੀਆਂ ਸਨ ਜੋ ਮੈਨੂੰ ਪਰੇਸ਼ਾਨ ਕਰ ਰਹੀਆਂ ਸਨ। ਅਗਲੇ ਦਿਨ ਵੀ ਅਜਿਹਾ ਹੀ ਹੋਇਆ। ਅੱਧਾ ਸੱਚ ਤਾਂ ਮੈਨੂੰ ਪਤਾ ਹੀ ਸੀ, ਪਰ ਸਾਰਾ ਸੱਚ ਜਾਣਨ ਲਈ ਮੈਨੂੰ ਇਹ ਜਾਣਨਾ ਬਹੁਤ ਜ਼ਰੂਰੀ ਸੀ ਕਿ ਸੱਸ ਸਹੁਰਾ ਕਮਰੇ ਵਿੱਚ ਕੀ ਕਰਦੇ ਹਨ। ਜੇਕਰ ਉਹ ਸੱਚਮੁੱਚ ਹੀ ਫਿਲਮ ਦੇਖਦੇ ਹਨ ਤਾਂ ਉਸ ਫਿਲਮ ਵਿੱਚ ਅਜਿਹਾ ਕੀ ਹੈ ਜੋ ਮੈਨੂੰ ਦੇਖਣ ਤੋਂ ਮਨਾ ਕਰਦੇ ਹਨ। ਇੰਨਾ ਤਾਂ ਮੈਨੂੰ ਪਤਾ ਸੀ ਕਿ ਮੇਰਾ ਸਹੁਰਾ ਆਪ ਤਾਂ ਮੈਨੂੰ ਕੁਝ ਨਹੀਂ ਦੱਸੇਗਾ ਅਤੇ ਨਾ ਹੀ ਮੈਨੂੰ ਕਿਸੇ ਹੋਰ ਤੋਂ ਪਤਾ ਲੱਗਣ ਦੇਣਗੇ। ਇਸ ਲਈ ਸਭ ਕੁਝ ਮੈਨੂੰ ਆਪ ਹੀ ਪਤਾ ਕਰਨਾ ਸੀ। ਮੇਰਾ ਸਹੁਰਾ ਸ਼ਾਮ ਨੂੰ ਫੇਰ ਸੀਡੀ ਲੈ ਆਇਆ, ਪਰ ਇਸ ਵਾਰ ਮੈਂ ਕੋਈ ਜਿੱਦ ਨਹੀਂ ਕੀਤੀ ਸੀ। ਉਹ ਮੈਨੂੰ ਦੇਖਦੇ ਹੀ ਕਮਰੇ ਦੇ ਅੰਦਰ ਚਲੇ ਗਏ। ਮੈਂ ਆਰਾਮ ਨਾਲ ਹਾਲ ਵਿੱਚ ਬੈਠੀ ਰਹੀ। ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਜੋ ਸੋਚਿਆ ਹੈ ਇਸ ਕਾਰਨ ਉਹਨਾਂ ਨੂੰ ਮੇਰੇ ਉੱਪਰ ਕੋਈ ਸ਼ੱਕ ਹੋ ਜਾਵੇ। ਮੈਂ ਆਖਰ ਇਸ ਰਾਜ਼ ਦਾ ਪਤਾ ਲਗਾਉਣਾ ਚਾਹੁੰਦੀ ਸੀ, ਇਸ ਲਈ ਮੇਰਾ ਚੁੱਪ ਰਹਿਣਾ ਜ਼ਿਆਦਾ ਜ਼ਰੂਰੀ ਸੀ। ਮੈਂ ਆਪਣੇ ਕਮਰੇ ਵਿੱਚ ਆ ਕੇ ਆਪਣੇ ਪਤੀ ਦੇ ਆਉਣ ਦੀਆਂ ਤਿਆਰੀਆਂ ਕਰਨ ਲੱਗੀ। ਕੱਲ੍ਹ ਮੇਰੇ ਪਤੀ ਨੇ ਵਾਪਿਸ ਆਉਣਾ ਸੀ। ਮੈਂ ਸਾਰਿਆਂ ਨੌਕਰਾਂ ਨੂੰ ਕੰਮ ਦੱਸਣ ਲੱਗੀ ਅਤੇ ਆਪਣਾ ਪੂਰਾ ਧਿਆਨ ਕੰਮ ਵੱਲ ਲਗਾ ਦਿੱਤਾ। ਹੁਣ ਬਸ ਮੈਨੂੰ ਕੱਲ੍ਹ ਦਾ ਇੰਤਜ਼ਾਰ ਸੀ ਤਾਂ ਜੋ ਉਸ ਰਾਜ ਤੋਂ ਪਰਦਾ ਚੁੱਕਿਆ ਜਾ ਸਕੇ। ਅਤੇ ਆਖਿਰ ਇੰਤਜ਼ਾਰ ਖਤਮ ਹੋ ਗਿਆ। ਕੱਲ੍ਹ ਦਾ ਦਿਨ ਵੀ ਆ ਗਿਆ। ਮੈਂ ਆਪਣੇ ਸਹੁਰੇ ਦੇ ਸੀਡੀ ਲੈਣ ਜਾਣ ਦਾ ਇੰਤਜ਼ਾਰ ਕਰਨ ਲੱਗੀ ਸੀ। ਮੇਰੀ ਸੱਸ ਵਿਹੜੇ ਵਿੱਚ ਬੈਠੀ ਸੀ। ਮੈਂ ਨੌਕਰਾਂ ਨੂੰ ਦੇਖਣ ਦੇ ਬਹਾਨੇ ਉੱਠ ਕੇ ਅੰਦਰ ਵੱਲ ਜਾਣ ਲੱਗੀ। ਮੈਨੂੰ ਪਤਾ ਹੈ ਕਿ ਬਸ ਕੁਝ ਹੀ ਦੇਰ ਵਿੱਚ ਮੇਰਾ ਸਹੁਰਾ ਸੀਡੀ ਲੈ ਕੇ ਆ ਜਾਵੇਗਾ ਅਤੇ ਆਪਣੇ ਸੋਚੇ ਸਮਝੇ ਫੈਸਲੇ ਦੇ ਮੁਤਾਬਕ ਮੈਂ ਸੱਸ ਸਹੁਰੇ ਦੇ ਕਮਰੇ ਵਿੱਚ ਜਾ ਕੇ ਲੁਕ ਗਈ ਤਾਂ ਜੋ ਪਤਾ ਚੱਲ ਸਕੇ ਕਿ ਉਹ ਕਿਹੜੀ ਫਿਲਮ ਦੇਖ ਰਹੇ ਹਨ ਜੋ ਉਹ ਮੇਰੇ ਤੋਂ ਲੁਕੋ ਰਹੇ ਸਨ। ਮੇਰੇ ਪਤੀ ਦੇ ਆਉਣ ਵਿੱਚ ਥੋੜ੍ਹੀ ਦੇਰ ਬਾਕੀ ਸੀ, ਪਰ ਮੈਨੂੰ ਉਹਨਾਂ ਦੇ ਆਉਣ ਤੋਂ ਪਹਿਲਾਂ ਇਹਨਾਂ ਸਾਰੀਆਂ ਗੱਲਾਂ ਬਾਰੇ ਪਤਾ ਕਰਨਾ ਸੀ। ਮੈਂ ਇਹ ਸਭ ਸੋਚਦੇ ਹੋਏ ਕਮਰੇ ਦੇ ਅੰਦਰ ਚਲੀ ਗਈ। ਉਹਨਾਂ ਨੇ ਸੀਡੀ ਨੂੰ ਪਲੇ ਕੀਤਾ ਅਤੇ ਫਿਲਮ ਸ਼ੁਰੂ ਹੋ ਗਈ। ਮੈਂ ਧਿਆਨ ਨਾਲ ਉਸ ਵੱਲ ਦੇਖ ਰਹੀ ਸੀ ਅਤੇ ਜਿਵੇਂ ਜਿਵੇਂ ਮੈਂ ਦੇਖ ਰਹੀ ਸੀ ਮੈਂ ਸ਼ਰਮ ਨਾਲ ਪਾਣੀ ਹੋ ਗਈ। ਮੈਂ ਹੈਰਾਨ ਵੀ ਸੀ ਕਿ ਆਖਰ ਇਹ ਗੱਲ ਸੀ। ਅੱਧੇ ਘੰਟੇ ਬਾਅਦ ਉਹ ਫਿਲਮ ਖਤਮ ਹੋ ਗਈ। ਮੈਂ ਗੁੰਮਸੁੰਮ ਉੱਥੇ ਹੀ ਬੈਠੀ ਰਹੀ। ਮੈਨੂੰ ਨਹੀਂ ਪਤਾ ਸੀ ਕਿ ਜੇਕਰ ਮੇਰੇ ਸੱਸ ਸਹੁਰੇ ਨੂੰ ਮੇਰੇ ਇੱਥੇ ਹੋਣ ਬਾਰੇ ਪਤਾ ਚੱਲਿਆ ਤਾਂ ਉਹ ਮੇਰੇ ਨਾਲ ਕੀ ਕਰਨਗੇ। ਮੈਂ ਆਪਣੇ ਪਲਾਨ ਦਾ ਇੰਤਜ਼ਾਰ ਕਰਨ ਲੱਗੀ। 5 ਮਿੰਟ ਲੰਘੇ ਸਨ ਜਦੋਂ ਉਹਨਾਂ ਦਾ ਦਰਵਾਜ਼ਾ ਖੜਕਿਆ। ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਏ। ਬਾਹਰ ਪੁਲਿਸ ਖੜੀ ਸੀ। ਪੁਲਿਸ ਨੂੰ ਮੈਂ ਹੀ ਫ਼ੋਨ ਕਰਕੇ ਬੁਲਾਇਆ ਸੀ ਅਤੇ ਮੈਂ ਵੀ ਉਸੇ ਵੇਲੇ ਉੱਠ ਕੇ ਬਾਹਰ ਵੱਲ ਭੱਜੀ। ਮੈਨੂੰ ਆਪਣੇ ਕਮਰੇ ਤੋਂ ਬਾਹਰ ਆਉਂਦਾ ਦੇਖ ਕੇ ਉਹ ਹੈਰਾਨ ਰਹਿ ਗਏ। ਉਹ ਗੁੱਸੇ ਨਾਲ ਮੇਰੇ ਵੱਲ ਵੇਖ ਰਹੇ ਸਨ। ਮੈਂ ਉਹਨਾਂ ਨੂੰ ਕਿਹਾ ਕਿ ਉਹ ਖੁਦ ਆਪਣੀ ਕਹਾਣੀ ਦੱਸਣ ਬਜਾਏ ਇਸ ਦੇ ਕਿ ਮੈਂ ਦੱਸਾਂ। ਜਦੋਂ ਪੁਲਿਸ ਨੇ ਸਖਤੀ ਕੀਤੀ ਤਾਂ ਉਹ ਦੱਸਣ ਲਈ ਰਾਜ਼ੀ ਹੋ ਗਏ। ਉਦੋਂ ਤੱਕ ਮੇਰਾ ਪਤੀ ਵੀ ਘਰ ਆ ਚੁੱਕਿਆ ਸੀ। ਮੇਰੇ ਸਹੁਰੇ ਨੇ ਬੋਲਣਾ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਕਿ ਹਾਂ, ਅਸੀਂ ਇਹ ਸਭ ਕੁਝ ਕੀਤਾ ਹੈ। ਅਸੀਂ ਇੱਕ ਗੈਂਗ ਦੇ ਲੀਡਰ ਸੀ। ਸਾਡੇ ਨਾਲ 2 ਹੋਰ ਆਦਮੀ ਸਨ। ਅਸੀਂ ਸਾਲਾਂ ਤੋਂ ਇਹ ਕੰਮ ਕਰਦੇ ਆ ਰਹੇ ਹਾਂ। ਸਾਡਾ ਕੰਮ ਕੁੜੀਆਂ ਨੂੰ ਅਗਵਾ ਕਰਨਾ ਹੈ।
ਅਤੇ ਅਸੀਂ ਕਈ ਕੁੜੀਆਂ ਨੂੰ ਬਾਹਰ ਦੇ ਦੇਸ਼ਾਂ ਵਿੱਚ ਭੇਜਿਆ ਹੈ। ਉਹਨਾਂ ਵਿੱਚੋਂ ਕੁਝ ਤੋਂ ਭੀਖ ਮੰਗਵਾਉਂਦੇ ਹਾਂ ਅਤੇ ਹੱਥ ਪੈਰ ਤੋੜ ਦਿੰਦੇ ਹਾਂ ਅਤੇ ਕਈ ਕੁੜੀਆਂ ਨੂੰ ਜ਼ਬਰਦਸਤੀ ਅਸੀਂ ਗਲਤ ਕੰਮਾਂ ਵਿੱਚ ਲਗਾਉਂਦੇ ਹਾਂ। ਸਾਡਾ ਪੂਰਾ ਇੱਕ ਗੈਂਗ ਹੈ। ਅਸੀਂ ਬਹੁਤ ਸਾਲਾਂ ਤੋਂ ਇਹ ਕੰਮ ਕਰ ਰਹੇ ਸੀ। ਹੁਣ ਤਾਂ ਇਸ ਕੰਮ ਵਿੱਚ ਸਾਡੇ ਪੈਰ ਚੰਗੀ ਤਰ੍ਹਾਂ ਜੰਮ ਚੁੱਕੇ ਸਨ, ਇਸ ਲਈ ਸਾਨੂੰ ਕੋਈ ਫੜ ਨਹੀਂ ਸਕਿਆ ਸੀ। ਸਾਡਾ ਕੰਮ ਕਿਹੋ ਜਿਹਾ ਚੱਲ ਰਿਹਾ ਹੈ, ਇਸ ਦਾ ਪਤਾ ਕਰਨ ਲਈ ਅਸੀਂ ਸੀਡੀ ਨੂੰ ਗ੍ਰਾਹਕਾਂ ਦੀ ਤਰ੍ਹਾਂ ਇੱਕ ਦੁਕਾਨ ਤੋਂ ਖਰੀਦਦੇ ਅਤੇ ਫਿਰ ਉਸ ਨੂੰ ਦੇਖਦੇ। ਕੋਈ ਗਲਤੀ ਹੁੰਦੀ ਤਾਂ ਕਾਲ ਕਰਕੇ ਦੱਸ ਦਿੰਦੇ। ਅੱਜ ਤੱਕ ਅਸੀਂ ਇਹ ਸਾਰੀ ਦੌਲਤ ਇਸੇ ਕੰਮ ਤੋਂ ਇਕੱਠੀ ਕੀਤੀ ਹੈ। ਪਤਾ ਨਹੀਂ ਇਸ ਕੁੜੀ ਨੂੰ ਕਿਵੇਂ ਪਤਾ ਲੱਗਿਆ। ਮੈਂ ਤਾਂ ਪਹਿਲਾਂ ਤੋਂ ਹੀ ਇਸ ਕੁੜੀ ਨੂੰ ਜਾਨ ਤੋਂ ਮਰਵਾਉਣਾ ਚਾਹੁੰਦਾ ਸੀ, ਪਰ ਮੇਰੀ ਪਤਨੀ ਨੇ ਮਨਾ ਕਰ ਦਿੱਤਾ। ਸ਼ਾਇਦ ਇਸ ਦੇ ਦਿਲ ਵਿੱਚ ਆਪਣੀ ਨੂੰਹ ਲਈ ਰਹਿਮ ਆ ਗਿਆ ਸੀ। ਇਸ ਤੋਂ ਪਹਿਲਾਂ ਮੈਂ ਇਸ ਦਾ ਕੋਈ ਹੋਰ ਬੰਦੋਬਸਤ ਕਰਦਾ, ਇਹ ਸਾਡੇ ਤੱਕ ਪਹੁੰਚ ਗਈ। ਮੇਰਾ ਸਹੁਰਾ ਮੇਰੇ ਵੱਲ ਗੁੱਸੇ ਨਾਲ ਦੇਖ ਰਿਹਾ ਸੀ। ਮੇਰੇ ਪਤੀ ਵੀ ਹੈਰਾਨ ਪਰੇਸ਼ਾਨ ਖੜ੍ਹੇ ਸਨ। ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਸਾਲਾਂ ਤੋਂ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਬਿਤਾ ਰਹੇ ਸਨ। ਉਹਨਾਂ ਨੂੰ ਵੀ ਇਸ ਗੱਲ ਬਾਰੇ ਉਸੇ ਰਾਤ ਹੀ ਪਤਾ ਚੱਲਿਆ ਅਤੇ ਉਹਨਾਂ ਦੇ ਆਦਮੀਆਂ ਨੂੰ ਦੇਖਣਾ ਮੇਰਾ ਕੋਈ ਵਹਿਮ ਨਹੀਂ ਸੀ, ਬਲਕਿ ਇੱਕ ਮੇਰਾ ਸਹੁਰਾ ਅਤੇ ਦੂਜਾ ਉਹਨਾਂ ਦੇ ਗੈਂਗ ਦਾ ਹੀ ਆਦਮੀ ਸੀ। ਗਾਰਡ ਨੂੰ ਵੀ ਮੇਰੇ ਸਹੁਰੇ ਨੇ ਆਪਣੇ ਨਾਲ ਮਿਲਾ ਲਿਆ ਸੀ। ਸੀਡੀ ਵਾਲਾ ਵੀ ਉਹਨਾਂ ਦੇ ਨਾਲ ਹੀ ਮਿਲਿਆ ਹੋਇਆ ਸੀ। ਮੇਰਾ ਸਹੁਰਾ ਅਲੱਗ-ਅਲੱਗ ਸਮੇਂ 'ਤੇ ਇਸ ਲਈ ਜਾਂਦਾ ਸੀ ਤਾਂ ਜੋ ਕਿਸੇ ਨੂੰ ਉਹਨਾਂ 'ਤੇ ਸ਼ੱਕ ਨਾ ਹੋ ਸਕੇ। ਮੇਰੇ ਪਤੀ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ। ਪੁਲਿਸ ਉਹਨਾਂ ਨੂੰ ਲੈ ਗਈ ਅਤੇ ਉਹਨਾਂ ਦੇ ਜ਼ਰੀਏ ਬਾਕੀ ਸਭ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਕਿੰਨੀ ਅਜੀਬ ਗੱਲ ਸੀ। ਅਸੀਂ ਉਹ ਘਰ ਛੱਡ ਦਿੱਤਾ। ਮੈਂ ਪੜ੍ਹੀ ਲਿਖੀ ਸੀ, ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਤੀ ਨੇ ਉਹ ਸਾਰਾ ਪੈਸਾ ਅਲੱਗ-ਅਲੱਗ NGO ਦੇ ਟਰਸਟ ਨੂੰ ਦੇ ਦਿੱਤਾ। ਅਸੀਂ ਦੋਵਾਂ ਨੇ ਮਿਲ ਕੇ ਕੰਮ ਕੀਤਾ। ਅੱਜ ਜ਼ਿਆਦਾ ਵੱਡਾ ਨਾ ਸਹੀ, ਪਰ ਸਾਲਾਂ ਬਾਅਦ ਸਾਡਾ ਇੱਕ ਛੋਟਾ ਜਿਹਾ ਕਾਰੋਬਾਰ ਹੈ। ਮੈਂ ਖੁਸ਼ ਹਾਂ ਕਿ ਮੇਰੇ ਪਤੀ ਜਲਦੀ ਸੰਭਲ ਗਏ। ਮੈਂ ਹਰ ਕੁੜੀ ਨੂੰ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਕਦੇ ਵੀ ਮਾਂ-ਬਾਪ ਨੂੰ ਛੱਡ ਕੇ ਘਰ ਦੀ ਦਹਿਲੀਜ਼ ਪਾਰ ਨਾ ਕਰੋ। ਉਹ ਲੋਕ ਜੋ ਤੁਹਾਡਾ ਸਾਥ ਦੇਣ ਦਾ ਦਾਅਵਾ ਕਰਦੇ ਹਨ, ਤੁਹਾਡੇ ਨਾਲ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਤੁਹਾਨੂੰ ਨਹੀਂ ਪਤਾ ਹੁੰਦਾ ਅਸਲ ਵਿੱਚ ਉਹ ਤੁਹਾਡੇ ਦੁਸ਼ਮਣ ਹਨ। ਜੇਕਰ ਉਹ ਸੱਚਮੁੱਚ ਹੀ ਤੁਹਾਨੂੰ ਪਿਆਰ ਕਰਦੇ ਹਨ ਤਾਂ ਉਹ ਤੁਹਾਨੂੰ ਆਪਣੇ ਮਾਂ-ਬਾਪ ਦੇ ਸਾਹਮਣੇ ਲੈ ਕੇ ਜਾਂਦੇ ਹਨ, ਨਾ ਕਿ ਚੋਰੀ ਛੁਪੇ ਘਰ ਤੋਂ ਭੱਜਣ ਦੀ ਸਲਾਹ ਦਿੰਦੇ ਹਨ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।